ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਜਿੱਥੇ ਵੱਖ-ਵੱਖ ਪਾਰਟੀਆਂ ਜਿਹੜੀਆਂ ਆਪਣੀਆਂ ਟਿਕਟਾਂ ਅਨਾਉਂਸ ਕਰ ਰਹੀਆਂ ਨੇ, ਜਿੱਥੇ ਬੀਐਸਪੀ ਅਤੇ ਅਕਾਲੀ ਦਲ ਹੈ ਉਹ ਲਗਾਤਾਰ ਆਪਣੇ ਉਮੀਦਵਾਰ ਅਨਾਉਂਸ ਕਰ ਰਿਹਾ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ। ਉਧਰੋਂ ਕਾਂਗਰਸ ਦੀ ਹਾਈ ਕਮਾਨ ਦੇ ਵੱਲੋਂ ਵੀ ਪੰਜਾਬ ਕਾਂਗਰਸ ਸੰਬੰਧੀ ਇੱਕ ਵੱਡਾ ਬਿਆਨ ਦਿੱਤਾ ਗਿਆ ਟਿਕਟਾਂ ਦੀ ਵੰਡ ਨੂੰ ਲੈ ਕੇ। ਕੀ ਇਹ ਬਿਆਨ ਹੈ ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਪਾਵਰ ਕਿਸ ਕੋਲ ਰਹੇਗੀ ਟਿਕਟਾਂ ਵੰਡਣ ਦੀ, ਉਹ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ, ਵਿਚਾਰ ਚਰਚਾ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦਾ ਅਹਿਮ ਰੋਲ ਰਹਿਣ ਵਾਲਾ ਹੈ ਜਾਂ ਫਿਰ ਰੋਲ ਰਹਿਣ ਵਾਲਾ ਅਹਿਮ ਕੈਪਟਨ ਅਮਰਿੰਦਰ ਸਿੰਘ ਦਾ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਦੇ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਭੀਮਿੰਦਰ ਸਿੰਘ ਜੀ ਤੇ ਮਾਫ ਕਰਨਾ ਨਾਲ ਦੀ ਨਾਲ ਇੱਕ ਹੋਰ ਖਬਰ ਦੇ ਉੱਤੇ ਚਰਚਾ ਕਰਾਂਗੇ ਕਿ ਜਿਹੜੇ ਮੰਤਰੀ ਸੀਗੇ, ਤਿੰਨ ਮੰਤਰੀ ਤ੍ਰਿਪਤੇਂਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਵਿੰਦਰ ਸਿੰਘ ਸਰਕਾਰੀਆ, ਜਿਹੜੇ ਤਖਤਾ ਪਲਟਣ ਦੀ ਤਾਕ ਦੇ ਵਿੱਚ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੇ ਹੈਗੇ ਆ ਮੁੱਖ ਮੰਤਰੀ ਦੀ ਕੁਰਸੀ ਤੋਂ ਲਵਾਉਣ ਦੀ ਤਾਕ ਦੇ ਵਿੱਚ ਸੀਗੇ, ਤਾਂ ਹੁਣ ਉਹਨਾਂ ਫੇਲ ਹੋਣ ਤੋਂ ਬਾਅਦ ਇਹ ਸਕੀਮ ਇੱਕ ਹੁਣ ਨਵਾਂ ਕੰਮਕਾਜ ਸ਼ੁਰੂ ਕਰ ਦਿੱਤਾ। ਕੀ ਕੁਝ ਗੱਲਬਾਤ ਹੈ ਉਹ ਵੀ ਤੁਹਾਨੂੰ ਦੱਸਾਂਗੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਸਰ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸਰ ਕਿਵੇਂ ਦੇਖਦੇ ਹੋ ਕਿ ਉਧਰ ਤਾਂ ਅਕਾਲੀ ਦਲ ਦੇ ਵੱਲੋਂ ਤਾਂ ਟਿਕਟਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ, ਲਗਭਗ 25-30 ਤੋਂ ਜਿਹੜੇ ਕਰੀਬ ਜਿਹੜੇ ਹੈਗਾ ਉਹਨਾਂ ਨੇ ਟਿਕਟਾਂ ਦੀ ਵੰਡ ਕਰ ਦਿੱਤੀ ਹੈ, ਤਾਂ ਉਧਰ ਸੱਤਾਧਾਰੀ ਧਿਰ ਜਿਹੜੀ ਕਾਂਗਰਸ ਹੈ ਉਹ ਤਾਂ ਹਲੇ ਆਪਸ ਦੇ ਵਿੱਚ ਹੀ ਪਾਰਟੀ ਦਿਖਾਈ ਦੇ ਰਹੀ ਹੈ। ਤਾਂ ਉਧਰ ਹੁਣ ਜਿਹੜੀਆਂ ਕੁਝ ਦਿਨ ਪਹਿਲਾਂ ਆਪਾਂ ਚਰਚਾਵਾਂ ਕੀਤੀਆਂ ਸੀ ਕਿ ਕਹਿੰਦੇ ਕਿ 5 ਟਿਕਟਾਂ ਜਿਹੜੀਆਂ ਹੈਗੀਆਂ ਨੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੂੰ ਦੇ ਦਿੱਤੀਆਂ ਗਈਆਂ ਨੇ ਕਿ ਭਾਈ ਤੁਸੀਂ ਆਪਣੀ ਮਰਜ਼ੀ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 5 ਬੰਦਿਆਂ ਨੂੰ ਤੁਸੀਂ ਜਿਹੜਾ ਟਿਕਟਾਂ ਦੇ ਸਕਦੇ ਹੋ। ਆਪਾਂ ਤਾਂ ਉਧਰ ਵੀ ਇਹ ਗੱਲ ਕਹੀ ਸੀ ਕਿ ਇਹ ਗੱਲ ਹਾਲੇ ਪੂਰੀ ਅਫਵਾਹ ਹੋ ਸਕਦੀ ਹੈ, ਅਜਿਹੀ ਗੱਲਬਾਤ ਕੋਈ ਹੋ ਨਹੀਂ ਸਕਦੀ। ਨਵਜੋਤ ਸਿੰਘ ਸਿੱਧੂ ਤੇ ਨਾਲ ਸਲਾਹ ਕੀਤੇ ਤੋਂ ਬਿਨਾਂ ਹਾਈਕਮਾਨ ਅਜਿਹਾ ਜਿਹੜਾ ਫੈਸਲਾ ਨਹੀਂ ਲੈ ਸਕਦੀ। ਤਾਂ ਉਹੀ ਗੱਲ ਹੁਣ ਨਿਕਲੀ ਹੈ। ਤਾਂ ਉਧਰੋਂ ਹਰੀਸ਼ ਰਾਵਤ ਹੋਰਾਂ ਦੇ ਵੱਲੋਂ ਵੱਡਾ ਬਿਆਨ ਹੈ, ਉਹ ਕਹਿੰਦੇ ਕਿ ਜਿਹੜੀ ਪ੍ਰਤਾਪ ਸਿੰਘ ਬਾਜਵਾ ਸੰਬੰਧੀ ਖਬਰ ਆ ਰਹੀ ਹੈ ਉਹ ਬਿਲਕੁਲ ਝੂਠੀ ਹੈ। ਕਿਸੇ ਤਰੀਕੇ ਦੀ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਕੋਈ ਤਾਕਤ ਨਹੀਂ ਦਿੱਤੀ ਕਿ 5 ਟਿਕਟਾਂ ਦੀ ਵੰਡ ਨੂੰ ਲੈ ਕੇ, ਇਹ ਬਿਲਕੁਲ ਕੋਰਾ ਝੂਠ ਹੈ। ਉਹਦੇ ਹਾਲੇ ਤਾਂ ਸਾਡੇ ਵੱਲੋਂ ਪ੍ਰਤੀਕਿਰਿਆ ਹੀ ਨਹੀਂ ਕੋਈ ਸ਼ੁਰੂ ਕੀਤੀ ਗਈ। ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਪਹਿਲਾਂ ਤਾਂ ਇਸ ਖਿੱਚੋਤਾਣ ਸੁਖਵਿੰਦਰ ਜੀ ਦੇਖੋ, ਇਹ ਖਿੱਚੋਤਾਣ ਕੋਈ ਅੱਜ ਦੀ ਨਹੀਂ ਹੈ, ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਖਿੱਚੋਤਾਣ ਵਧੀ ਹੋਈ ਹੈ। ਉਹਦੇ ਵਿੱਚ ਲਗਭਗ ਕਈ ਧੜੇ, ਜਿਵੇਂ ਆਪਾਂ ਪਹਿਲਾਂ ਸ਼ੁਰੂ ਦੇ ਵਿੱਚ ਗੱਲਾਂ ਕਰਦੇ ਰਹੇ ਹਾਂ ਕਿ ਕਈ ਧੜੇ ਇਨਵੋਲਵ ਸੀਗੇ, ਜਿਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਧੜਾ, ਜਿਹਦੇ ਵਿੱਚ ਦੁੱਲੋ ਸਾਹਿਬ, ਇਹ ਕੁਝ ਹੋਰ ਜਿਹੜੇ ਸੀਗੇ ਵਿਧਾਇਕ ਵੀ ਸ਼ਾਮਲ ਨੇ, ਇਸੇ ਤਰ੍ਹਾਂ ਚੰਨੀ ਸਾਹਿਬ ਦਾ ਧੜਾ ਸੀਗਾ, ਇਸੇ ਤਰ੍ਹਾਂ ਸੁਖ ਸਰਕਾਰੀਆ ਤੇ ਜਿਹੜੇ ਮਾਝਾ ਬ੍ਰਿਗੇਡ ਕਿਹਾ ਜਾਂਦਾ ਹੈ ਉਹਨਾਂ ਦਾ ਵੱਖਰਾ ਧੜਾ ਸੀਗਾ, ਇਸੇ ਤਰ੍ਹਾਂ ਕੁਝ ਟਕਸਾਲੀਆਂ ਦਾ ਪ੍ਰਤਾਪ ਸਿੰਘ ਬਾਜਵਾ, ਜਿਵੇਂ ਆਪਾਂ ਗੱਲਾਂ ਕਰਦੇ ਹਾਂ ਕਿ ਕੁਝ ਟਕਸਾਲੀ ਜਿਹੜੇ ਨੇ ਰਵਨੀਤ ਬਿੱਟੂ ਜੀ, ਉਹ ਸਮਝਦੇ ਨੇ ਕਿ ਸਾਡਾ ਹੀ ਜਿਹੜੀ ਹੈਗੀ ਹੈ ਸਭ ਤੋਂ ਜ਼ਿਆਦਾ ਪੁੱਛਗਿੱਛ ਹੋਣੀ ਚਾਹੀਦੀ ਹੈ ਕਾਂਗਰਸ ਦੇ ਵਿੱਚ। ਸੋ ਇਸੇ ਤਰ੍ਹਾਂ ਤੁਸੀਂ ਦੇਖੋਗੇ 2 ਬੁਨਿਆਦੀ ਧੜੇ ਜਿਹੜੇ ਮੁੱਖ ਧੜੇ ਨੇ ਉਹ ਹੈਗੇ ਨੇ ਕੈਪਟਨ ਸਾਹਿਬ ਔਰ ਨਵਜੋਤ ਸਿੰਘ ਸਿੱਧੂ ਦਾ ਧੜਾ। ਸੋ ਕਹਿਣ ਦਾ ਮਤਲਬ ਹੈ ਕਿ ਅੰਦਰ ਖਾਤੇ ਕਈ ਧੜੇ ਜਿਹੜੇ ਨੇ ਕਾਂਗਰਸ ਦੇ ਉਹ ਕੰਮ ਕਰਦੇ ਦਿਖਾਈ ਦੇ ਰਹੇ ਆ। ਉਹ ਪਹਿਲਾਂ ਵੀ ਦੇ ਰਹੇ ਸੀ ਔਰ ਅੱਜ ਵੀ ਦੇ ਰਹੇ ਆ। ਹੁਣ ਇਹਦੇ ਵਿੱਚੋਂ ਨਿਕਲੇਗਾ ਕੀ? ਹੁਣ ਜਿਹੜਾ ਸਵਾਲ ਵੱਡਾ ਪੈਦਾ ਹੁੰਦਾ ਹੈ ਕਿ ਜੇਕਰ ਇਹ ਖਾਨਾ ਜੰਗੀ ਇਸੇ ਤਰ੍ਹਾਂ ਜਾਰੀ ਰਹੀ ਜਿਵੇਂ ਤੁਸੀਂ ਕਹਿ ਰਹੇ ਹੋ, ਔਰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਫਵਾਹਾਂ ਫਲਾਈਆਂ ਗਈਆਂ ਕਿ ਅਗਲੀਆਂ ਜਿਹੜੀਆਂ ਨੇ ਚੋਣਾਂ ਦੇ ਵਿੱਚ 22 ਦੇ ਵਿੱਚ ਖਾਸ ਤੌਰ ਤੇ ਜਿਹੜੀ ਟਿਕਟਾਂ ਦੀ ਵੰਡ ਨੂੰ ਲੈ ਕੇ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਜਾਂ ਹੋਣਗੀਆਂ, ਉਹ ਲਾਜ਼ਮੀ ਹੈ। ਉਹਦਾ ਕੁਦਰਤੀ ਗੱਲ ਇਹ ਹੈ ਕਿ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਸਾਰੇ ਲੋਕ ਜਾਣਦੇ ਨੇ ਕਿ ਕਾਂਗਰਸ ਦੇ ਵਿੱਚ ਜਿਹੜੇ ਮਾਝਾ ਬ੍ਰਿਗੇਡ ਹੈ ਉਹਨਾਂ ਨੇ ਕੈਪਟਨ ਸਾਹਿਬ ਨੂੰ ਢਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ। ਉਹਦਾ ਨਤੀਜਾ ਤਾਂ ਦੇਖੋ ਕਿਤੇ ਨਾ ਕਿਤੇ ਉਹਦਾ ਐਕਸ਼ਨ ਦਾ ਰਿਐਕਸ਼ਨ ਤਾਂ ਹੋਣਾ ਹੀ ਹੁੰਦਾ ਹੈ। ਸੋ ਜਿਹੜਾ ਰਿਐਕਸ਼ਨ ਹੈ ਉਹ ਇਹੀ ਹੋ ਰਿਹਾ ਕਿ ਜਿਵੇਂ ਆਪਾਂ ਨੂੰ ਵੀ ਪਤਾ ਹੈ ਕਿ ਕੈਪਟਨ ਸਾਹਿਬ ਜਿਹੜੇ ਨੇ ਉਹ ਬਾਜਵਾ ਸਾਹਿਬ ਦੇ ਬਹੁਤ ਨੇੜੇ ਜਾ ਰਹੇ ਨੇ। ਤੁਸੀਂ ਦੇਖੋਗੇ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਬਹੁਤ ਨੇੜੇ ਇੱਕ ਦੂਜੇ ਦੇ ਨਾਲ ਜੱਫੀਆਂ ਪਾ ਰਹੇ ਨੇ, ਮੀਟਿੰਗਾਂ ਕਰ ਰਹੇ ਨੇ, ਔਰ ਕੈਪਟਨ ਸਾਹਿਬ ਨੂੰ ਵੀ ਇਹ ਗੱਲ ਸੂਟ ਕਰਦੀ ਹੈ ਕਿ ਬਾਜਵਾ ਸਾਹਿਬ ਨੂੰ ਕਿਵੇਂ ਨਾ ਕਿਵੇਂ ਅੱਗੇ ਲਿਆਂਦਾ ਜਾਏ, ਔਰ ਤਾਂ ਕਿ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ ਨੇ, ਸੁਖ ਸਰਕਾਰੀਆ ਨੇ, ਸੁਖੀ ਰੰਧਾਵਾ ਨੇ, ਉਹਨਾਂ ਨੂੰ ਜਿਹੜਾ ਹੈਗਾ ਕਿਵੇਂ ਨਾ ਕਿਵੇਂ ਖੁੱਡੇ ਲੈਣ ਲਾਇਆ ਜਾਏ। ਸੋ ਇੱਕ ਕਿਸਮ ਦੀ ਇਦਾਂ ਦੀ ਖਾਨਾ ਜੰਗੀ ਅੰਦਰ ਚੱਲ ਰਹੀ ਹੈ। ਹੁਣ ਇਹਦਾ ਨਤੀਜਾ ਅੱਗੇ ਕੀ ਨਿਕਲੇਗਾ, ਇਸ ਚੀਜ਼ ਨੂੰ, ਇਸ ਖਾਨਾ ਜੰਗੀ ਨੂੰ
ਹਾਈ ਕਮਾਂਡ ਜਿਹੜੀ ਹੈਗੀ ਆ ਉਹ ਕਿਵੇਂ ਲੈਂਦੀ ਹੈ ਉਹਦੇ ਉੱਤੇ ਮੁਨਸਰ ਕਰੇਗਾ। ਔਰ ਜਿਵੇਂ ਰਾਵਤ ਸਾਹਿਬ ਦਾ ਅਗਲਾ ਜਿਹੜਾ ਬਿਆਨ ਆਪਾਂ ਜਦੋਂ ਅਸੀਂ ਦੇਖਦੇ ਹਾਂ ਉਹਨੂੰ, ਤਾਂ ਉੱਥੋਂ ਹੀ ਲੱਗਦਾ ਹੈ ਕਿ ਉਹ ਜਿਹੜਾ ਕਹਿਣਾ ਚਾਹੁੰਦੇ ਨੇ ਕਿ ਹਜੇ ਕੋਈ ਟਿਕਟਾਂ ਦੀ ਵੰਡ ਇਸ ਤਰ੍ਹਾਂ ਦੀ ਨਹੀਂ ਹੋਈ ਤਾਂ ਕਿ ਜਿਹੜਾ ਹੈਗਾ ਇਸ ਨੂੰ ਅੱਗੇ ਪਾਇਆ ਜਾਏਗਾ, ਕਿਉਂਕਿ ਅੱਗੇ ਬਕਾਇਦਾ ਤੌਰ ਤੇ ਕਮੇਟੀਆਂ ਬਣਨਗੀਆਂ, ਕਮੇਟੀਆਂ ਦੇ ਵਿੱਚੋਂ ਬੰਦੇ ਸਿਲੈਕਟ ਹੋਣਗੇ, ਫਿਰ ਅਗਲੀ ਕਮੇਟੀ ਬਣੇਗੀ, ਫਿਰ ਕਿਤੇ ਜਾ ਕੇ ਹਾਈ ਕਮਾਂਡ ਤੱਕ ਇਹ ਸਾਰੀਆਂ ਲਿਸਟਾਂ ਪਹੁੰਚਣਗੀਆਂ। ਯਾਨੀ ਕਿ ਬਹੁਤ ਵੱਡਾ ਪ੍ਰੋਸੈਸ ਜਿਹੜਾ ਹੈਗਾ ਉਹ ਟਿਕਟਾਂ ਨੂੰ ਲੈ ਕੇ ਹਜੇ ਬਣੇਗਾ। ਸੋ ਫਿਲਹਾਲ ਇਹ ਜਿਹੜੀਆਂ ਨੇ, ਜਿਵੇਂ ਤੁਸੀਂ ਵੀ ਦੱਸਿਆ ਕਿ ਅਫਵਾਹਾਂ ਆਪਾਂ ਕਹਿ ਸਕਦੇ ਹਾਂ ਕਿ ਲਾਜ਼ਮੀ ਤੌਰ ਤੇ ਅਫਵਾਹਾਂ ਨੇ ਹਜੇ, ਕਿਉਂਕਿ ਸਮਾਂ ਬਹੁਤ ਪਿਆ ਜਿਹੜਾ ਆਪਾਂ ਨੂੰ ਗੱਲ ਸਮਝਣ ਵਾਲੀ ਹੈ। ਔਰ ਜਿਵੇਂ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਸੀ, ਇਹ ਗੱਲ ਕਹੀ ਸੀਗੀ ਕਿ ਹਾਈ ਕਮਾਨ ਨੇ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਖੁੱਲੀ ਪਾਵਰ ਦਿੱਤੀ ਹੋਈ ਹੈ ਕਿ ਭਾਈ ਤੁਸੀਂ ਖੁੱਲੀ ਪਾਵਰ ਜਿਹੜੀ ਵਰਤ ਕੇ ਤੁਸੀਂ ਆਪਣੇ ਜਿਹੜਾ ਢਾਂਚਾ ਤਿਆਰ ਕਰ ਸਕਦੇ ਹੋ, ਤਾਂ ਉਧਰ ਉਹ ਨਵਜੋਤ ਸਿੰਘ ਸਿੱਧੂ ਕੰਮ ਵੀ ਉਹੀ ਕਰ ਰਹੇ ਨੇ, ਤਾਂ ਇੱਧਰ ਅਫਵਾਹਾਂ ਫੈਲ ਰਹੀਆਂ ਸੀ। ਤਾਂ ਕੀ ਲੱਗਦਾ ਹੈ ਕਿ ਇੱਕ ਗੱਲ ਇਹ ਵੀ ਸਮਝਣ ਵਾਲੀ ਹੈ ਕਿ ਜਿਹਨੂੰ ਪ੍ਰਧਾਨ ਬਣਾਇਆ ਗਿਆ ਨਵਜੋਤ ਸਿੰਘ ਸਿੱਧੂ ਨੂੰ, ਉਸਦੀ ਸਲਾਹ ਤੋਂ ਬਿਨਾਂ ਅਜਿਹਾ ਫੈਸਲਾ ਹਾਈ ਕਮਾਨ ਲੈ ਨਹੀਂ ਸਕਦੀ? ਬਿਲਕੁਲ ਬਿਲਕੁਲ, ਦੇਖੋ ਮੈਂ ਇਹੀ ਗੱਲ ਕਰ ਰਿਹਾ ਕਿ ਹਾਈ ਕਮਾਂਡ ਜਾਂ ਰਾਵਤ ਜੀ ਦਾ ਜਿਹੜਾ ਬਿਆਨ ਹੈ ਉੱਥੋਂ ਇਹੀ ਲੱਗ ਰਿਹਾ ਕਿ ਹਜੇ ਸਮਾਂ ਬਹੁਤ ਪਿਆ ਹੈ। ਔਰ ਤੁਸੀਂ ਦੇਖੋਗੇ ਕਿ ਹਾਈ ਕਮਾਂਡ ਜਿਹੜੀ ਹੈਗੀ ਹੈ, ਕਿਉਂਕਿ ਜਦੋਂ ਪ੍ਰਧਾਨ ਤੁਸੀਂ ਬਣਦੇ ਹੋ ਤਾਂ ਪ੍ਰਧਾਨ ਦੀ ਡਿਊਟੀ ਹੁੰਦੀ ਹੈ ਕਿ ਵੱਖ-ਵੱਖ ਜਿਹੜੇ ਤੁਹਾਡੇ ਵਲੰਟੀਅਰ ਨੇ ਜਾਂ ਵੱਡੇ ਲੀਡਰ ਨੇ ਉਹਨਾਂ ਨੂੰ ਸੰਗਠਿਤ ਕਰਨਾ, ਉਹਨਾਂ ਨੂੰ ਜਥੇਬੰਦਕ ਢਾਂਚੇ 'ਚ ਬੰਨਣਾ ਔਰ ਉਹਨਾਂ ਨੂੰ ਅੱਗੇ ਮੂਵ ਕਰਨਾ। ਯਾਨੀ ਕਿ ਉਹਨਾਂ ਨੂੰ ਜਿਹੜੇ ਅਜੇ ਘਰਾਂ 'ਚ ਬੈਠੇ ਨੇ ਜਾਂ ਅਜੇ ਨਿਰਾਸ਼ ਹੋਏ ਹੋਏ ਨੇ ਉਹਨਾਂ ਨੂੰ ਬਾਹਰ ਲੈ ਕੇ ਆਉਣਾ, ਉਹਨਾਂ ਤੋਂ ਕੰਮ ਲੈਣੇ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਜਿਸ ਕਿਸਮ ਦੇ ਨਾਲ ਜਥੇਬੰਦਕ ਢਾਂਚੇ ਨੂੰ ਖੜਾ ਕਰ ਰਹੇ ਨੇ ਔਰ ਉਹਨੂੰ ਸਰਗਰਮ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਚੀਜ਼ਾਂ ਬਦਲਣਗੀਆਂ। ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਇਹ ਕਮੇਟੀਆਂ ਬਣਨਗੀਆਂ, ਜਦੋਂ ਚੋਣਾਂ ਹੋਣਗੀਆਂ ਜਾਂ ਜਦੋਂ ਟਿਕਟਾਂ ਦੀ ਵੰਡ ਕੀਤੀ ਜਾਏਗੀ, ਤਾਂ ਲਾਜ਼ਮੀ ਤੌਰ ਤੇ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਬਹੁਤ ਵੱਡਾ ਰੋਲ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਧੜਾ ਹੈ, ਉਹ ਆਪਣੀ ਅੰਦਰ ਖਾਤੇ ਜਿਹੜਾ ਹੈਗਾ ਲੱਗੇ ਹੋਏ ਨੇ ਕਿ ਆਪਣੇ ਬੰਦਿਆਂ ਨੂੰ ਕਿਵੇਂ ਅੱਗੇ ਲਿਆਂਦਾ ਜਾਵੇ ਔਰ ਆਪਣੀ ਟੀਮ ਕਿਵੇਂ ਖੜੀ ਕੀਤੀ ਜਾਵੇ ਪੰਜਾਬ ਦੇ ਵਿੱਚ, ਤਾਂ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਔਖ ਨਾ ਆਵੇ। ਸੋ ਇੱਕ ਕਿਸਮ ਦੀ ਉਹਨਾਂ ਵੱਲੋਂ ਜਿਹੜੀ ਹੈਗੀ ਹੈ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕੈਪਟਨ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਇਹੀ ਨਜ਼ਰ ਆ ਰਹੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਮੇਰੇ ਖਿਲਾਫ ਬਾਗੀ ਸੁਰਾਂ ਉੱਠ ਰਹੀਆਂ ਨੇ, ਉਹਨਾਂ ਬਾਗੀ ਸੁਰਾਂ ਨੂੰ ਕਿਵੇਂ ਦਬਾਇਆ ਜਾਏ, ਉਹਨਾਂ ਦੀ ਥਾਂ ਤੇ ਨਵੇਂ ਬੰਦੇ ਕਿਵੇਂ ਲਿਆਂਦੇ ਜਾਣ। ਯਾਨੀ ਕਿ ਇਸ ਤਰ੍ਹਾਂ ਦੀ ਖਾਨਾ ਜੰਗੀ ਅੰਦਰ ਖਾਤੇ ਜਿਹੜੀ ਹੈਗੀ ਹੈ ਦਿਖਾਈ ਦੇ ਰਹੀ ਹੈ। ਪਰ ਹਾਈ ਕਮਾਂਡ ਦਾ ਇਹਦੇ ਵਿੱਚ ਰੋਲ ਜਿਹੜਾ ਜਦੋਂ ਅਸੀਂ ਦੇਖਦੇ ਹਾਂ, ਤੀਜੀ ਧਿਰ ਜਿਹੜੀ ਹਾਈ ਕਮਾਂਡ ਹੈ, ਹਾਈ ਕਮਾਂਡ ਅਜੇ ਇਹੀ ਚਾਹੁੰਦੀ ਹੈ ਕਿ ਅਜੇ ਕੋਈ ਵੀ ਟਿਕਟਾਂ ਦੀ ਵੰਡ ਨੂੰ ਲੈ ਕੇ ਹਜੇ ਕੋਈ ਰਫੜ ਨਾ ਪਾਇਆ ਜਾਏ। ਹਜੇ ਸਿਰਫ ਜਿਹੜੀ ਪੁਰਾਣੀ ਚੱਲੀ ਆ ਰਹੀ ਖਾਨਾ ਜੰਗੀ ਹੈ ਉਸ ਨੂੰ ਸੁਲਝਾਇਆ ਜਾਏ ਔਰ ਉਸ ਨੂੰ ਸੁਲਝਾ ਕੇ ਹੀ ਜਿਹੜਾ ਹੈਗਾ ਅਗਲੀਆਂ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਣ। ਸੋ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀਆਂ ਤਿੰਨ ਬੁਨਿਆਦੀ ਧਿਰਾਂ ਨੇ, ਹਾਈ ਕਮਾਂਡ ਇੱਕ ਪਾਸੇ ਕੈਪਟਨ ਸਾਹਿਬ ਔਰ ਤੀਜੇ ਪਾਸੇ ਆਪਾਂ ਕਹਿ ਸਕਦੇ ਹਾਂ ਨਵਜੋਤ ਸਿੰਘ ਸਿੱਧੂ, ਇਹ ਆਪਣੇ ਤੌਰ ਤੇ ਹੀ ਜਿਹੜੇ ਨੇ ਲੱਗਦੇ ਨਜ਼ਰ ਆ ਰਹੇ ਨੇ। ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਜਦੋਂ ਟਿਕਟਾਂ ਦੀ ਵੰਡ ਹੋਏਗੀ ਉਸ ਵੇਲੇ ਕਿਸ ਤਰ੍ਹਾਂ ਦਾ ਰਫੜ ਪੈਂਦਾ ਹੈ, ਇਹ ਤਾਂ ਹੁਣ ਸਮਾਂ ਦੱਸੇਗਾ। ਪਰ ਫਿਲਹਾਲ ਮੈਨੂੰ ਲੱਗਦਾ ਇਦਾਂ ਦੀ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ ਕਿ ਟਿਕਟਾਂ ਦੀਆਂ ਵੰਡ ਜਿਹੜੀ ਹੈਗੀ ਆ ਕਾਂਗਰਸ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਲੋਕਾਂ ਨੂੰ ਜਿਹੜਾ ਹੈਗਾ ਅੱਗੇ ਲਿਆਂਦਾ ਜਾ ਰਿਹਾ ਹੈ, ਕਿਸੇ ਨੂੰ ਪਿੱਛੇ ਕੀਤਾ ਜਾ ਰਿਹਾ। ਇਸ ਤਰ੍ਹਾਂ ਦੀਆਂ ਸਿਰਫ ਕਿਤੇ ਨਾ ਕਿਤੇ ਬਾਜਵਾ ਖੇਮੇ ਨੂੰ ਝਟਕਾ ਜ਼ਰੂਰ ਹੈ, ਕਿਉਂਕਿ ਬਾਜਵਾ ਖੇਮਾ ਕੋਈ ਦਿਨਾਂ ਤੋਂ ਸਰਗਰਮ ਹੋ ਗਏ ਜਦੋਂ ਇਹੋ ਜਿਹੀਆਂ ਖਬਰਾਂ ਚੱਲੀਆਂ, ਭਲਾ ਝੂਠੀਆਂ ਭਲਾ ਸੱਚੀਆਂ। ਇੱਕ ਵਾਰੀ ਤਾਂ ਉਹਨੂੰ ਆਇਆ ਹੋ ਗਿਆ ਸੀ ਬਾਜਵਾ ਸਾਹਿਬ ਨੇ ਚੱਕਤਾ ਕੰਮ, ਬਾਜਵਾ ਸਾਹਿਬ ਨੇ ਚੱਕਤਾ ਕੰਮ, ਤਾਂ ਉਧਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਧੜਾ ਵੀ ਏਦਾਂ ਸੀ ਕਿ ਭਾਈ ਠੀਕ ਆ, ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਸਾਹਿਬ ਨੂੰ ਤਕੜੇ ਕਰਤਾ, ਦੋਨੇ ਰਲ ਕੇ ਚੱਕਣਗੇ। ਕਿਤੇ ਨਾ ਕਿਤੇ ਦੋਵਾਂ ਧੜਿਆਂ ਨੂੰ ਝਟਕਾ ਜ਼ਰੂਰ ਹੈ। ਦੇਖੋ ਅੰਦਰ ਖਾਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਅੰਦਰ ਖਾਤੇ ਕੁਛ ਨਾ ਕੁਛ ਚੱਲ ਜ਼ਰੂਰ ਰਿਹਾ। ਇਹ ਨਹੀਂ ਹੈ ਕਿ ਐਕਸ਼ਨ ਰਿਐਕਸ਼ਨ ਨਹੀਂ ਹੋ ਰਹੇ, ਜ਼ਰੂਰ ਕੋਈ ਨਾ ਕੋਈ ਪ੍ਰਤੀਕਿਰਿਆ ਔਰ ਕਿਰਿਆਸ਼ੀਲਤਾ ਜਿਹੜੀ ਹੈਗੀ ਹੈ ਨਜ਼ਰ ਆ ਰਹੀ ਹੈ। ਪਰ ਜੇ ਆਪਾਂ ਕਹੀਏ ਕਿ ਇਹ ਕਿਰਿਆਸ਼ੀਲਤਾ ਦਾ ਕੋਈ ਰਿਜ਼ਲਟ ਨਿਕਲ ਜਾਏਗਾ ਜਾਂ ਕੋਈ ਇਸ ਦੇ ਵਿੱਚ ਕਿਸੇ ਨੂੰ ਫਾਇਦਾ ਹੋਣ ਵਾਲਾ ਹੈ, ਕਿਸੇ ਧਿਰ ਨੂੰ ਨੁਕਸਾਨ ਹੋਣ ਵਾਲਾ ਹੈ, ਇਹ ਤਾਂ ਅਗਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਸਮਾਂ ਦੱਸੇਗਾ। ਪਰ ਫਿਲਹਾਲ ਜਿਹੜੀ ਨਜ਼ਰ ਇਹ ਆ ਰਹੀ ਹੈ ਕਿ ਹਾਈ ਕਮਾਂਡ ਜਿਹੜੀ ਹੈਗੀ ਹੈ ਉਹ ਹਜੇ ਜਿਹੜਾ ਹੈਗਾ ਇਸ ਕਿਸਮ ਦੇ ਰਫੜ ਚ ਪੈਣ ਲਈ ਤਿਆਰ ਨਹੀਂ ਹੈ। ਚਾਹੇ ਰਾਹੁਲ ਜੀ ਹੋਣ, ਚਾਹੇ ਪ੍ਰਿੰਕਾ ਜੀ ਹੋਣ, ਚਾਹੇ ਸੋਨੀਆ ਜੀ ਹੋਣ, ਜਿਹੜੀ ਵੀ ਹਾਈ ਕਮਾਂਡ ਜਿਹੜੀ ਹੈਗੀ ਹੈ ਪੰਜਾਬ ਨੂੰ ਵੇਖ ਰਹੀ ਹੈ, ਚਾਹੇ ਰਾਵਤ ਜੀ ਹੋਣ,
ਉਹ ਇਹੀ ਚਾਹੁੰਦੇ ਨੇ ਕਿ ਫਿਲਹਾਲ ਜਿਹੜਾ ਹੈਗਾ ਇਸ ਰਫੜ ਤੋਂ ਬਚਿਆ ਜਾਏ, ਇਸ ਖਾਨਾ ਜੰਗੀ ਤੋਂ ਬਚਿਆ ਜਾਏ, ਸਗੋਂ ਇਹ ਸਾਰੀ ਚੀਜ਼ ਨੂੰ ਨਾਰਮਲਾਈਜ਼ ਕੀਤਾ ਜਾਏ ਔਰ ਆਪਣੇ ਆਪ ਚੀਜ਼ਾਂ ਜਿਹੜੀਆਂ ਨੇ ਡਿਵੈਲਪ ਹੋਣ, ਤਾਂ ਕਿ ਜਿਹੜੀ ਹੈਗੀ ਹੈ ਜਦੋਂ ਚੋਣਾਂ ਆਉਣਗੀਆਂ ਨੇੜੇ ਔਰ ਜਦੋਂ ਟਿਕਟਾਂ ਦੀ ਵੰਡ ਨੇੜੇ ਆਏਗੀ ਤਾਂ ਲਾਜ਼ਮੀ ਤੌਰ ਤੇ ਉਸ ਵੇਲੇ ਜਿਹੜਾ ਹੈਗਾ ਬਹੁਤ ਸੌਖੇ ਤਰੀਕੇ ਦੇ ਨਾਲ ਜਿਹੜੀ ਹੈਗੀ ਟਿਕਟਾਂ ਨੂੰ ਵੰਡ ਦਿੱਤੀ ਜਾਵੇ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਨਵਜੋਤ ਸਿੰਘ ਸਿੱਧੂ ਜਿਸ ਕਿਸਮ ਦਾ ਕੰਮ ਕਰ ਰਹੇ ਨੇ ਉਸ ਤੋਂ ਬਹੁਤ ਕੁਝ ਅੱਜ ਮੈਨੂੰ ਲੱਗਦਾ ਹੈ ਕਿ ਸਿੱਖਣ ਦੀ ਲੋੜ ਹੈ। ਔਰ ਉਹਦਾ ਕਾਰਨ ਇਹ ਹੈ ਕਿ ਕਿਵੇਂ ਉਹਨਾਂ ਨੇ ਸਾਰੇ ਜਥੇਬੰਦ ਢਾਂਚੇ ਨੂੰ ਪੰਜਾਬ ਦੇ ਨੂੰ ਕਿਵੇਂ ਉਹਨਾਂ ਨੇ ਆਰਗੇਨਾਈਜ਼ ਕੀਤਾ ਔਰ ਉਸ ਆਰਗੇਨਾਈਜੇਸ਼ਨ ਦੇ ਰਾਹੀਂ ਜਿਵੇਂ ਉਹ ਵੱਖ-ਵੱਖ, ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਵੱਖ-ਵੱਖ ਜਿਹੜੇ ਸਾਡੇ ਵਿਧਾਇਕ ਨੇ ਕਾਂਗਰਸ ਦੇ, ਉਹਨਾਂ ਨੂੰ ਉਹ ਪੁੱਛ ਰਹੇ ਨੇ, ਉਹਨਾਂ ਤੋਂ ਜਿਹੜੇ ਨੇ ਨਾਮਾਂ ਦੀ ਸੂਚੀ ਲੈ ਰਹੇ ਨੇ। ਇਹਦਾ ਮਤਲਬ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਢਾਂਚਾ ਬਣਦਾ ਹੈ ਪੰਜਾਬ ਦੀ ਕਾਂਗਰਸ ਦਾ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਬਹੁਤ ਵੱਡਾ ਜਿਹੜਾ ਹੈਗਾ ਫਾਇਦਾ ਹੋਣ ਦੀਆਂ ਸੰਭਾਵਨਾਵਾਂ ਨੇ ਨਵਜੋਤ ਸਿੰਘ ਸਿੱਧੂ ਦੇ ਧੜੇ ਨੂੰ। ਸੋ ਇਸ ਕਰਕੇ ਕਿਉਂਕਿ ਇੱਕ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ, ਸੋ ਇਸ ਕਰਕੇ ਵੱਡਾ ਰੋਲ ਜਦੋਂ ਟਿਕਟਾਂ ਦੀ ਵੰਡ ਹੋਏਗੀ ਤਾਂ ਨਵਜੋਤ ਸਿੰਘ ਸਿੱਧੂ ਦਾ ਵੀ ਹੋਏਗਾ। ਸੋ ਇਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਇਹਨੂੰ ਅਸੀਂ ਪਿੱਛੇ ਨਹੀਂ ਧੱਕ ਸਕਦੇ ਕਿ ਨਵਜੋਤ ਸਿੰਘ ਸਿੱਧੂ ਦਾ ਕੋਈ ਜਿਹੜਾ ਹੈਗਾ ਰੋਲ ਨਹੀਂ ਹੋਏਗਾ। ਬਹੁਤ ਵੱਡਾ ਰੋਲ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਟਿਕਟਾਂ ਦੀ ਵੰਡ ਨੂੰ ਲੈ ਕੇ ਹੋਣ ਵਾਲਾ ਹੈ। ਸੁਖਵਿੰਦਰ ਜੀ ਆਪਾਂ ਅਗਲੀ ਖਬਰ ਤੇ ਜੇਕਰ ਗੱਲਬਾਤ ਕਰੀਏ, ਜਿਹੜੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤਖਤਾ ਪਲਟ ਕਰਨ ਚੱਲੇ ਸੀਗੇ ਉਹ ਹੁਣ ਫੇਲ ਹੋ ਚੁੱਕੇ ਨੇ ਉਸ ਜਿਹੜਾ ਹੈਗਾ ਟੀਚੇ ਦੇ ਵਿੱਚ। ਤਾਂ ਹੁਣ ਉਹਨਾਂ ਨੇ ਫਿਰ ਅੱਕ ਹਾਰ ਕੇ ਜਿਹੜੇ ਆਪਣੇ ਵਿਭਾਗਾਂ ਦਾ ਕੰਮਕਾਜ ਸਾਂਭ ਲਿਆ। ਕਿਵੇਂ ਦੇਖਦੇ ਹੋ ਕਿ ਹੁਣ ਇਹ ਕੰਮਕਾਜ ਕਿਸ ਤਰੀਕੇ ਦੇ ਨਾਲ ਕਰਦੇ ਨੇ? ਜੇਕਰ ਵਿਭਾਗਾਂ ਦੇ ਵਿੱਚ ਕੋਈ ਕਮੀਆਂ ਆਉਂਦੀਆਂ ਨੇ ਤਾਂ ਉਹ ਮੁੱਖ ਮੰਤਰੀ ਦੇ ਨਾਲ ਸਿੱਧਾ ਰਾਬਤਾ ਕਰਕੇ ਇਹ ਹੱਲ ਕਰਵਾ ਸਕਦੇ ਆ ਕਿ ਜਾਂ ਫਿਰ ਮੁੱਖ ਮੰਤਰੀ ਜਿਹੜੇ ਇਹਨਾਂ ਦੇ ਵਿਭਾਗਾਂ ਦਾ ਹਾਲ ਮੰਦੜਾ ਕਰਕੇ ਇਹਨਾਂ ਦੇ ਵੀ ਹਾਲਤ ਵਿਗਾੜਨ ਦੀ ਕੋਸ਼ਿਸ਼ ਕਰ ਸਕਦੇ? ਸੁਖਵਿੰਦਰ ਜੀ ਦੇਖੋ, ਇਸ ਵੇਲੇ ਸਿਰਫ 5 ਜਾਂ 6 ਮਹੀਨੇ ਰਹਿ ਗਏ ਨੇ ਚੋਣਾਂ ਨੂੰ। ਤੁਸੀਂ ਦੇਖੋਗੇ ਕਿ ਇਹਨਾਂ ਸਮੇਂ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ, ਕਿਉਂਕਿ ਇਸ ਵੇਲੇ ਬਹੁਤ ਵੱਡੇ ਵਾਅਦੇ ਜਿਹੜੇ ਨੇ ਕਾਂਗਰਸ ਕਰਕੇ ਸੱਤਾ 'ਚ ਆਈ ਸੀ, ਸਾਰਿਆਂ ਨੂੰ ਯਾਦ ਹੈ, ਔਰ ਉਹ ਵਾਅਦੇ ਜਿੰਨੀ ਦੇਰ ਪੂਰੇ ਨਹੀਂ ਹੁੰਦੇ ਔਰ ਆਪਣੇ ਆਪ ਨੂੰ ਜਿੰਨੀ ਦੇਰ ਤੁਸੀਂ ਸਰਗਰਮ ਨਹੀਂ ਕਰਦੇ, ਹਰਕਤ ਦੇ ਵਿੱਚ ਨਹੀਂ ਲੈ ਕੇ ਆਉਂਦੇ, ਉਨੀ ਦੇਰ ਲੋਕਾਂ ਦਾ ਜਿਹੜਾ ਭਰੋਸਾ ਹੈ, ਤੁਸੀਂ ਪੰਜਾਬ ਦੇ ਲੋਕਾਂ ਦਾ ਭਰੋਸਾ ਨਹੀਂ ਜਿੱਤ ਸਕਦੇ। ਸੋ ਇਸ ਕਰਕੇ ਬਹੁਤ ਤੇਜ਼ੀ ਦੇ ਨਾਲ ਕੰਮ ਕਰਨੇ ਚਾਹੀਦੇ ਆ। ਆਪਾਂ ਦੇਖ ਰਹੇ ਹਾਂ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਕਿਤੇ ਨਾ ਕਿਤੇ ਪਿੱਛੇ ਹਟਦੀ ਨਜ਼ਰ ਆ ਰਹੀ ਹੈ ਔਰ ਪਛੜਦੀ ਨਜ਼ਰ ਆ ਰਹੀ ਹੈ। ਉਹਦਾ ਵੱਡਾ ਕਾਰਨ ਇਹੀ ਹੈ ਕਿ ਜੇਕਰ ਤੁਹਾਡੇ ਜਿਹੜੇ ਮੁਖੀ ਨੇ ਸਰਕਾਰ ਦੇ, ਜੇਕਰ ਉਹ ਸੁਸਤ ਨੇ, ਜੇਕਰ ਉਹ 4.5 ਸਾਲ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਲਾਜ਼ਮੀ ਤੌਰ ਤੇ ਜਿਹੜੇ ਤੁਹਾਡੇ ਆਲੇ ਦੁਆਲੇ ਪੈਰਾਫੇਰੀ ਹੈ ਮਿਨਿਸਟਰ ਸਾਹਿਬਾਨ ਦੀ, ਤਾਂ ਉਹ ਵੀ ਸੁਸਤ ਪੈਣਗੇ। ਉਹਦਾ ਤਰੀਕਾ ਹੈ, ਉਹਦਾ ਕਾਰਨ ਇਹੀ ਹੁੰਦਾ ਕਿ ਜੇਕਰ ਤੁਹਾਡਾ ਧੁਰਾ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਿਹਾ ਤਾਂ ਲਾਜ਼ਮੀ ਤੌਰ ਤੇ ਆਲਾ ਦੁਆਲਾ ਵੀ ਜਿਹੜਾ ਹੈਗਾ ਉਹਦੇ ਵਿੱਚ ਵੀ ਕਮੀ ਆਏਗੀ। ਸੋ ਉਹਦਾ ਨਤੀਜਾ ਕੀ ਹੋਇਆ ਕਿ ਬਹੁਤ ਸਾਰੇ ਜਿਹੜੇ ਪੰਜਾਬ ਦੇ ਲੋਕਾਂ ਦੇ ਵਿੱਚ ਨਿਰਾਸ਼ਾ ਪੈਦਾ ਹੋਈ ਪਿਛਲੇ ਦਿਨਾਂ ਦੇ ਵਿੱਚ, ਔਰ ਉਸ ਨਿਰਾਸ਼ਾ ਦਾ ਨਤੀਜਾ ਕੀ ਨਿਕਲਿਆ ਕਿ ਜਿਹੜੇ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਥੋਂ ਤੱਕ ਗੱਲ ਚਲੀ ਗਈ ਕਿ ਤਖਤਾ ਪਲਟਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ। ਇਹ ਉਸੇ ਜਦ ਯਾਨੀ ਕਿ ਇਹਦਾ ਕਾਰਨ ਕੀ ਸੀਗਾ ਜਦੋਂ ਤਖਤਾ ਪਲਟਣ ਦਾ, ਕਿ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਦੀ ਜਿਹੜੀ ਕਾਰਜਸ਼ੈਲੀ ਦੇ ਉੱਤੇ ਸਵਾਲ ਉੱਠੇ ਸੀਗੇ, ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਉੱਤੇ ਸਵਾਲ ਉੱਠੇ ਸੀਗੇ, ਉਹਦੇ ਕਰਕੇ ਹੀ ਤਖਤਾ ਪਲਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਹਜੇ ਵੀ ਉਹੀ ਕਾਰਜਸ਼ੈਲੀ ਰੱਖੀ ਜਾਏਗੀ, ਉਹੀ ਢਿੱਲਮ ਢਿੱਲੀ ਕਾਰਜਸ਼ੈਲੀ ਕੈਪਟਨ ਸਾਹਿਬ ਦੇ ਰਾਹੀਂ ਰੱਖੀ ਜਾਏਗੀ, ਆਪਣੇ ਮੰਤਰੀਆਂ ਨੂੰ ਉਹ ਅੱਗੇ ਸਪੀਡ ਅਪ ਕੰਮ ਕਰਨ ਦੀ ਜਿਹੜੀ ਹੈਗੀ ਆ ਉਹਨਾਂ ਨੂੰ ਨਹੀਂ ਦੇਣਗੇ, ਸਪੇਸ ਨਹੀਂ ਦੇਣਗੇ, ਤਾਂ ਲਾਜ਼ਮੀ ਤੌਰ ਤੇ ਦੁਬਾਰਾ ਫੇਰ ਉਸ ਤਰ੍ਹਾਂ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ। ਮੈਂ ਉਹੀ ਗੱਲ ਇੱਕ ਵਾਰ ਫਿਰ ਤੋਂ ਆਪਾਂ ਸੌਖੇ ਤਰੀਕੇ ਨਾਲ ਸਵਾਲ ਪੁੱਛ ਲਈਏ ਕਿਉਂਕਿ ਦਰਸ਼ਕਾਂ ਨੂੰ ਜੇ ਸਮਝ ਆ ਜਾਵੇ, ਕਿਉਂਕਿ ਇੱਕ ਮੰਤਰੀ ਨੂੰ ਵਿਭਾਗ ਚਲਾਉਣ ਵਾਸਤੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਨੀ ਵੀ ਲਾਜ਼ਮੀ ਹੁੰਦੀ ਹੈ, ਮੁੱਖ ਮੰਤਰੀ ਦਾ ਸਾਥ ਵੀ ਲਾਜ਼ਮੀ ਹੁੰਦਾ। ਹੁਣ ਜਿਸ ਤਰੀਕੇ ਨਾਲ ਇਹਨਾਂ ਤਿੰਨਾਂ ਦੇ ਵੱਲੋਂ ਆਪਣੇ ਵਿਭਾਗ ਚਲਾਏ ਜਾਣੇ ਆ, ਤਾਂ ਕੀ ਲੱਗਦਾ ਹੈ ਕਿ ਮੁੱਖ ਮੰਤਰੀ ਇਹਨਾਂ ਦਾ ਸਾਥ ਦੇਣਗੇ? ਮੁੱਖ ਮੰਤਰੀ ਇਹਨਾਂ ਦੇ ਨਾਲ ਮੋਢਾ ਜੋੜ ਕੇ ਖੜਨਗੇ? ਬਿਲਕੁਲ, ਮੈਂ ਇਹੀ ਗੱਲ ਕਹਿ ਰਿਹਾ ਕਿ ਇੱਕ ਪਾਸੇ ਜੇਕਰ ਸਿਆਣਾ ਮੁੱਖ ਮੰਤਰੀ ਹੋਣਗੇ, ਜੇਕਰ ਉਹਨਾਂ ਦੀ ਵਿਜ਼ਨ ਹੋਏਗਾ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਮੰਤਰੀਆਂ ਨਾਲੋਂ ਪੰਜਾਬ ਪਿਆਰਾ ਹੋਣਾ ਚਾਹੀਦਾ ਹੈ, ਪੰਜਾਬ ਦੇ ਲੋਕ ਪਿਆਰੇ ਹੋਣੇ ਚਾਹੀਦੇ ਨੇ, ਕੰਮ ਪਿਆਰਾ ਹੋਣਾ ਚਾਹੀਦਾ ਹੈ। ਆਪਾਂ ਕਹਿੰਦੇ ਚੰਮ ਪਿਆਰਾ ਕਿ ਕੰਮ ਪਿਆਰਾ, ਯਾਨੀ ਕਿ ਚੰਮ ਦੀ ਬਜਾਏ ਉਹਨਾਂ ਨੂੰ ਕੰਮ ਪਿਆਰਾ ਹੋਣਾ ਚਾਹੀਦਾ, ਫਿਰ ਤਾਂ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਹੈ। ਜੇਕਰ ਉਹ ਉਹੀ ਰੰਜਿਸ਼ ਰੱਖਣਗੇ
ਕਿ ਇਹ ਉਹੀ ਮੰਤਰੀ ਨੇ ਜਿਨ੍ਹਾਂ ਨੇ ਮੇਰੇ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀਗੀ, ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਕੀ ਹੈ, ਕਾਂਗਰਸ ਦਾ ਵੀ ਨੁਕਸਾਨ ਹੋਏਗਾ ਔਰ ਪੰਜਾਬ ਦੇ ਲੋਕਾਂ ਦਾ ਵੀ ਨੁਕਸਾਨ ਹੋਏਗਾ। ਔਰ ਜਿਹੜੇ ਕੰਮ ਅਗਲੇ ਕੁਝ ਮਹੀਨਿਆਂ ਦੇ ਵਿੱਚ, ਜਿਹੜੀ ਮੈਂ ਗੱਲ ਬਹੁਤ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਕਿ ਸਮਾਂ ਬਹੁਤ ਘੱਟ ਹੈ, ਇਸ ਘੱਟ ਸਮੇਂ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਕੰਮ ਕਰਾਉਣ ਦਾ ਮਤਲਬ ਇਹੀ ਹੈ ਕਿ ਕੈਪਟਨ ਸਾਹਿਬ ਯਾਨੀ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਚੱਲਣ, ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੇਕਰ ਉਹ ਚੱਲਣਗੇ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਜਿਹੜੇ ਕੰਮ ਹੋਣ ਵਾਲੇ ਨੇ, ਜਿਹੜੇ ਪੈਂਡਿੰਗ ਕੰਮ ਨੇ, ਉਹ ਹੋ ਸਕਦੇ ਨੇ। ਸੋ ਜੇਕਰ ਉਹ ਇਹ ਗੱਲ ਦਾ ਗਿਲਾ ਰੱਖਣਗੇ ਆਪਣੇ ਮਨ ਦੇ ਵਿੱਚ ਕਿ ਇਹ ਉਹੀ ਤਿੰਨੋਂ ਮੰਤਰੀ ਨੇ ਜਿਹੜੇ ਕਿ ਮੇਰਾ ਜਿਹੜਾ ਹੈਗਾ ਕੁਰਸੀ ਨੂੰ ਖੋਣਾ ਚਾਹੁੰਦੇ ਸੀਗੇ, ਕੁਰਸੀ ਨੂੰ ਪਲਟਣਾ ਚਾਹੁੰਦੇ ਸੀਗੇ, ਤਾਂ ਮੈਂ ਇਹਨਾਂ ਦੇ ਕੋਈ ਕੰਮ ਨਹੀਂ ਕਰਾਂਗਾ, ਤਾਂ ਇਹਦੇ ਨਾਲ ਨੁਕਸਾਨ ਜਿਹੜਾ ਹੈਗਾ ਕੈਪਟਨ ਸਾਹਿਬ ਦਾ ਵੀ ਹੋਏਗਾ ਕਿਉਂਕਿ ਦੁਬਾਰਾ ਫਿਰ ਹਾਲਾਤ ਪੈਦਾ ਹੋ ਸਕਦੇ ਨੇ ਜੇਕਰ, ਕਿਉਂਕਿ ਬੜੀ ਮੁਸ਼ਕਿਲ ਦੇ ਨਾਲ ਕੈਪਟਨ ਸਾਹਿਬ ਇਸ ਹਾਲਾਤ ਚੋਂ ਨਿਕਲੇ ਨੇ। ਪਰ ਜੇਕਰ ਇਦਾਂ ਦੇ ਹਾਲਾਤ ਦੁਬਾਰਾ ਬਣਦੇ ਨੇ ਤਾਂ ਲਾਜ਼ਮੀ ਤੌਰ ਤੇ ਇਹਦੇ ਬਾਰੇ ਫਿਰ ਹਾਈ ਕਮਾਂਡ ਜਿਹੜੀ ਹੈਗੀ ਹੈ ਕੁਝ ਹੋਰ ਤਰ੍ਹਾਂ ਇਸ ਗੱਲ ਨੂੰ ਸੋਚੇਗੀ ਕਿ ਬਾਰ-ਬਾਰ ਬਗਾਵਤ ਕਿਉਂ ਹੁੰਦੀ ਹੈ ਪੰਜਾਬ ਦੇ ਵਿੱਚ, ਤਾਂ ਇਸ ਨੂੰ ਨਵੇਂ ਤਰੀਕੇ ਦੇ ਨਾਲ ਸੋਚਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਨੂੰ ਵੀ ਇਹ ਗੱਲ ਚਾਹੀਦੀ ਹੈ ਕਿ ਪੰਜਾਬ ਦੇ ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇ, ਨਾ ਕਿ ਜਿਹੜੇ ਨੇ ਤੁਸੀਂ ਇਹ ਦੇਖੋ ਕਿ ਇਹ ਫਲਾਣੇ ਮੰਤਰੀ ਦਾ ਕੰਮ ਹੈ, ਇਹ ਫਲਾਣੇ ਮੰਤਰੀ ਦਾ ਹੈ। ਮੰਤਰੀਆਂ ਨਾਲੋਂ ਮੈਨੂੰ ਲੱਗਦਾ ਕਿ ਪੰਜਾਬ ਪਿਆਰਾ ਜਾਂ ਪੰਜਾਬ ਦੇ ਲੋਕਾਂ ਦੇ ਜਿਹੜੇ ਬੁਨਿਆਦੀ ਕੰਮ ਨੇ, ਜਿਹੜੇ ਸਹੀ ਤਰੀਕੇ ਦੇ ਨਾਲ ਕਾਨੂੰਨੀ ਤੌਰ ਤੇ ਜਿਹੜੇ ਕੰਮ ਬਣਦੇ ਆ ਉਹਨਾਂ ਦੇ ਕਰਨ ਵਾਲੇ, ਉਹ ਜਿਹੜੇ ਨੇ ਬਹੁਤ ਤੇਜ਼ੀ ਦੇ ਨਾਲ ਹੋਣੇ ਚਾਹੀਦੇ ਨੇ। ਉਹ ਤਾਂ ਹੀ ਹੋ ਸਕਦੇ ਆ ਜੇਕਰ ਕੈਪਟਨ ਸਾਹਿਬ ਇਹਨਾਂ ਵੱਖ-ਵੱਖ ਮੰਤਰੀਆਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਔਰ ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਜਿਹੜਾ ਹੈਗਾ ਇਹ ਕਾਂਗਰਸ ਨੂੰ ਔਰ ਸਰਕਾਰ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਨਗੇ। ਜੇ ਸਰਕਾਰ ਮਜ਼ਬੂਤ ਹੈ ਤਾਂ ਪੰਜਾਬ ਵੀ ਜਿਹੜਾ ਹੈਗਾ ਮਜ਼ਬੂਤ ਹੋ ਸਕਦਾ ਹੈ। ਜੇਕਰ ਉਹ ਇਹ ਗਲਤੀ ਕਰ ਜਾਣਗੇ ਦੁਬਾਰਾ, ਤਾਂ ਮੈਂ ਇਹ ਜਿਹੜੀ ਗੱਲ ਬਹੁਤ ਜ਼ੋਰ ਨਾਲ ਕਹਿਣਾ ਚਾਹੁੰਦਾ ਕਿ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਬਗਾਵਤ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਨੇ। ਸੋ ਇਹ ਤੋਂ ਬਚਣ ਦੀ ਲੋੜ ਹੈ ਕੈਪਟਨ ਸਾਹਿਬ ਨੂੰ। ਸੁਖਵਿੰਦਰ ਜੀ, ਬਿਲਕੁਲ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਰਾਜਸਥਾਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ।